ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ, ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਹਾਂ। ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਪ੍ਰਭੂ। ਤੁਸੀਂ ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਰ ਤੇ ਬਹੁਤ ਹੀ ਤਰਸ ਨਾਲ ਭਰੇ ਪਰਮੇਸ਼ਰ ਪ੍ਰਭੂ ਜੀ, ਅੱਜ ਦੇ ਅੱਛੇ ਤੇ ਪਿਆਰੇ ਦਿਨ ਦੇ ਲਈ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਪ੍ਰਭੂ ਯਿਸੂ ਜੀ। ਜੋ ਵੀ ਪ੍ਰਭੂ ਯਿਸੂ ਨਾਸਰੀ ਤੁਹਾਡੇ ਵਚਨ ਦੇ ਵਿੱਚੋਂ ਸਿੱਖੀਏ ਮੇਰੇ ਪਿਤਾ ਪਰਮੇਸ਼ਰ, ਹਾਲੇਲੂਇਆ। ਥੈਂਕ ਯੂ ਜੀ। ਸਾਰੇ ਅਸੀਂ ਸਿੱਖੀਏ ਯਿਸੂ ਤੇਰੇ ਵਚਨ ਦੇ ਵਿੱਚੋਂ। ਹਰ ਪਿਤਾ ਪਰਮੇਸ਼ਰ, ਜਿੰਨੇ ਵੀ ਭੈਣ ਭਾਈ ਇਸ ਵੀਡੀਓ ਨੂੰ ਦੇਖਣ ਪ੍ਰਭੂ ਯਿਸੂ, ਜ਼ਿੰਦਗੀਆਂ ਬਦਲ ਜਾਣ ਮੇਰੇ ਪਿਤਾ ਪਰਮੇਸ਼ਰ। ਸਾਡਾ ਈਮਾਨ ਤੁਹਾਡੇ ਉੱਪਰ, ਸਾਡਾ ਵਿਸ਼ਵਾਸ ਤੁਹਾਡੇ ਉੱਪਰ ਹੈ, ਕਿਉਂਕਿ ਤੁਸੀਂ ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਵਰ ਤੇ ਬਹੁਤ ਹੀ ਤਰਸ ਨਾਲ ਭਰੇ ਪਰਮੇਸ਼ਵਰ ਪ੍ਰਭੂ ਯਿਸੂ, ਜੋ ਆਪਣੇ ਬੱਚਿਆਂ ਦੀ ਮਦਦ ਤੇ ਕਰਦੇ ਸਹਾਇਤਾ ਕਰਦੇ ਹੋ ਮੇਰੇ ਪਿਤਾ ਪਰਮੇਸ਼ਰ, ਕਿਉਂਕਿ ਤੁਸੀਂ ਪ੍ਰਭੂ ਦੇ ਪ੍ਰਭੂ ਹੋ, ਤੁਸੀਂ ਰਾਜਿਆਂ ਦੇ ਰਾਜਾ ਹੋ ਮੇਰੇ ਪ੍ਰਭੂ। ਸ਼ੁਕਰਗੁਜ਼ਾਰ ਕਰਦੇ ਅਸੀਂ ਤੁਹਾਡਾ ਧੰਨਵਾਦ ਕਰਦੇ ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਧੰਨਵਾਦ ਕਰਦੇ ਯਿਸੂ ਮਸੀਹ ਨਾਮ ਦੇ ਨਾਮ 'ਚ, ਆਮੀਨ ਆਮੀਨ ਆਮੀਨ। ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਕਿਉਂਕਿ ਅੱਜ ਪਰਮੇਸ਼ਰ ਦਾ ਬਹੁਤ ਹੀ ਪਵਿੱਤਰ ਦਿਨ, ਸੰਡੇ ਵਾਲਾ ਦਿਨ ਹੁੰਦਾ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਣਾ ਹੈ ਕਿ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ। ਕਿਉਂਕਿ ਪਰਮੇਸ਼ਰ ਦਾ ਵਚਨ ਮੇਰੇ ਚੀਜ਼ੋ, ਜਦੋਂ ਅਸੀਂ ਸੱਚਮੁੱਚ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ ਤੇ ਉਹਦੇ ਉੱਪਰ ਸਾਨੂੰ ਚੱਲਣ ਦੀ ਬਹੁਤ ਜ਼ਰੂਰਤ ਹੈ। ਹਾਲੇਲੂਇਆ। ਸਿਰਫ ਪੜ੍ਹਨਾ ਹੀ ਨਹੀਂ, ਉਹਦੇ ਤੇ ਅਮਲ ਕਰਨ ਦੀ ਬਹੁਤ ਜ਼ਰੂਰਤ ਹੈ। ਹਾਲੇਲੂਇਆ। ਜਦੋਂ ਅਸੀਂ ਅਮਲ ਨਹੀਂ ਕਰਦੇ, ਸਿਰਫ ਪੜ੍ਹ ਕੇ ਉਹਨੂੰ ਛੱਡ ਦਿੰਦੇ ਹਾਂ ਤੇ ਉਹ ਫਿਰ ਉੱਥੇ ਤੱਕ ਹੀ ਰਹਿ ਜਾਂਦਾ ਹੈ। ਪਰ ਜਦੋਂ ਅਸੀਂ ਉਹਦੇ ਉੱਪਰ ਅਮਲ ਕਰਦੇ ਹਾਂ, ਜਦੋਂ ਪੜ੍ਹਦੇ ਹਾਂ, ਪੜ੍ਹ ਕੇ ਉਹਦੇ ਉੱਪਰ ਚੱਲਦੇ ਹਾਂ, ਹਾਲੇਲੂਇਆ, ਫਿਰ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੈਂ, ਪ੍ਰਭੂ ਯਿਸੂ ਜੀ ਕਹਿੰਦੇ ਆ ਕਿ ਮੈਂ ਤੁਹਾਡੇ ਨਾਲ ਆ ਹਮੇਸ਼ਾ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦਾ ਵਚਨ ਜਦੋਂ ਅਸੀਂ ਪੜ੍ਹਨਾ ਹੈ ਤੇ ਉਹਦੇ ਤੇ ਅਮਲ ਕਰਕੇ ਉਹਦੇ ਉੱਪਰ ਚੱਲਣਾ ਵੀ ਹੈ ਮੇਰੇ ਜੀਜੋ। ਹਾਲੇਲੂਇਆ। ਕਿਉਂਕਿ ਬਹੁਤ ਸਾਰੇ ਲੋਕ, ਆਪਾਂ ਸਭ ਜਿਹੜੇ ਸਿਰਫ ਇਹਨੂੰ ਵਚਨ ਨੂੰ ਪੜ੍ਹਦੇ ਹਾਂ ਤੇ ਪੜ੍ਹ ਕੇ ਉਹਨੂੰ ਛੱਡ ਦਿੰਦੇ ਹਾਂ, ਪਰ ਜਦੋਂ ਸਾਨੂੰ ਚੱਲਣ ਦੀ ਵਾਰੀ ਆਉਂਦੀ ਹੈ, ਉਹਦੇ ਤੇ ਚੱਲਣ ਦੀ ਵਾਰੀ ਆਉਂਦੀ ਹੈ, ਫਿਰ ਅਸੀਂ ਉਹਦੇ ਤੇ ਚੱਲਦੇ ਨਹੀਂ ਹਾਂ, ਅਸੀਂ ਵਚਨ ਤੋਂ ਬਾਹਰ ਚਲੇ ਜਾਂਦੇ ਮੇਰੇ ਜੀਜੋ। ਹਾਲੇਲੂਇਆ। ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਣਾ ਹੈ, ਗਲਾਤੀਆਂ 5 ਬਾਬ ਦੀ 16 ਆਇਤ ਆਪਾਂ ਦੇਖਦੇ। ਪਰਮੇਸ਼ਰ ਦੇ ਵਚਨ ਦੇ ਵਿੱਚੋਂ ਲਿਖਿਆ, ਪਰ ਮੈਂ ਆਖਦਾ ਹਾਂ ਕਿ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆ ਨਾ ਕਰੋਗੇ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਇੱਥੇ ਕੀ ਕਹਿ ਰਿਹਾ ਹੈ? ਸਾਨੂੰ ਦੱਸ ਰਿਹਾ ਕਿ ਜੇਕਰ ਤੁਸੀਂ, ਮੈਂ ਆਖਦਾ ਕਿ ਜੇ ਤੁਸੀਂ ਆਤਮਾ ਦੇ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੀ ਪੂਰਾ ਨਹੀਂ ਕਰੋਗੇ। ਹਾਲੇਲੂਇਆ। ਮੇਰੇ ਜੀਜੋ, ਜਿਹੜਾ ਪਰਮੇਸ਼ਰ ਦਾ ਆਤਮਾ, ਸਾਨੂੰ ਪਰਮੇਸ਼ਰ ਨੇ ਪੁੱਤਰ ਆਤਮਾ ਦਿੱਤਾ ਹੈ, ਜਿਸ ਆਤਮਾ ਦੇ ਦੁਆਰੇ ਚੱਲਦੇ ਹਾਂ ਤੇ ਜਿਹੜੇ ਸਰੀਰ ਦੇ ਕੰਮ ਆ, ਸੰਸਾਰਿਕ ਕੰਮ ਆ, ਉਹਨਾਂ ਦੇ ਉੱਪਰ ਅਸੀਂ ਚੱਲ ਹੀ ਨਹੀਂ ਸਕਦੇ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਫਿਰ ਮੈਂ ਪੜ੍ਹਦਾ, ਪਰ ਮੈਂ ਆਖਦਾ ਕਿ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਾ ਨਹੀਂ ਕਰੋਗੇ। ਫਿਰ ਸਰੀਰ ਦੇ ਵਿਸ਼ੇ ਜਿਹੜੇ ਆ, ਤੁਹਾਡੇ ਵਿੱਚ ਕੋਈ ਵੀ ਇੱਦਾਂ ਦਾ ਕੰਮ ਆ ਜਿਹੜਾ ਕਿ ਸੰਸਾਰਿਕ ਆ ਮੇਰੇ ਜੀਜੋ, ਉਹਨਾਂ ਨੂੰ ਤੁਸੀਂ ਪੂਰਾ ਨਹੀਂ ਕਰ ਸਕਦੇ ਮੇਰੇ ਜੀਜੋ। ਕਿਉਂ? ਕਿਉਂਕਿ ਤੁਸੀਂ ਪੁੱਤਰ ਆਤਮਾ ਦੇ ਦੁਆਰਾ ਚੱਲਦੇ ਹੋ ਮੇਰੇ ਜੀਜੋ। ਹਾਲੇਲੂਇਆ। ਸਾਨੂੰ ਆਤਮਾ ਦੇ ਦੁਆਰਾ ਚੱਲਣਾ ਹੈ ਤੇ ਸਾਨੂੰ ਆਤਮਿਕ ਕੰਮ ਕਰਨੇ ਪੈਣਗੇ ਮੇਰੇ ਜੀਜੋ। ਹਾਲੇਲੂਇਆ। ਤੇ ਜਿਹੜੇ ਆਤਮਾ ਦੇ ਦੁਆਰਾ ਨਹੀਂ ਚੱਲਦੇ ਤੇ ਉਹ ਸੰਸਾਰਿਕ ਲੋਕੀ ਆ ਮੇਰੇ ਜੀਜੋ, ਕਿਉਂਕਿ ਉਹ ਸੰਸਾਰ ਦੇ ਕੰਮ ਕਰੀ ਜਾਂਦੇ ਆ। ਹਾਲੇਲੂਇਆ। ਇਸ ਕਰਕੇ ਸਾਨੂੰ ਜਿਹੜਾ ਆ ਉਹ ਆਤਮਾ ਦੇ ਦੁਆਰਾ ਚੱਲੀ ਤੇ ਸਰੀਰ ਦੇ ਵਿਸ਼ਿਆਂ ਨੂੰ ਕਦੇ ਨਹੀਂ ਪੂਰਿਆ ਕਰੋਗੇ। ਕਿਉਂ? ਜੋ ਸਰੀਰ ਦੇ ਆਤਮਾ ਦੇ ਵਿਰੁੱਧ, ਕਿਉਂਕਿ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ। ਕਿਉਂ? ਜੋ ਇਹ ਇੱਕ ਦੂਏ ਦੇ ਵਿਰੁੱਧ ਹਨ। ਹਾਲੇਲੂਇਆ। ਇਹ ਆਤਮਾ ਸਰੀਰ ਦੇ ਵਿਰੁੱਧ ਤੇ ਸਰੀਰ ਆਤਮਾ ਦੇ ਵਿਰੁੱਧ ਲੋਚਦਾ ਮੇਰੇ ਜੀਜੋ। ਇਹ ਦੋਨੇ ਇੱਕ ਦੂਜੇ ਦੇ ਨਾਲ ਸਹਿਮਤ, ਹਾਲੇਲੂਇਆ, ਲੋਚਦਾ ਹੈ। ਕਿਉਂ? ਜੋ ਇਹ ਇੱਕ ਦੂਏ ਦੇ ਵਿਰੁੱਧ ਹਨ, ਤਾਂ ਜੋ ਤੁਸੀਂ ਚਾਹੁੰਦੇ ਸੋ ਨਾ ਕਰੋ। ਇਹ ਇੱਕ ਦੂਜੇ ਦੇ ਵਿਰੁੱਧ ਆ ਮੇਰੇ ਜੀਜੋ। ਜੋ ਅਸੀਂ ਚਾਹੁੰਦੇ ਆ ਕਰਨਾ ਉਹ ਨਾ ਕਰੋ। ਹਾਲੇਲੂਇਆ। ਤੇ ਇਸੇ ਕਰਕੇ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ, ਜੇ ਤੁਸੀਂ ਆਤਮਾ ਦੁਆਰਾ ਚੱਲੋ ਤੇ ਸੰਸਾਰ ਦੇ ਵਿਸ਼ਿਆਂ ਨੂੰ ਕਦੇ ਪੂਰਾ ਨਹੀਂ ਕਰੋਗੇ ਮੇਰੇ ਜੀਜੋ। ਹਾਲੇਲੂਇਆ। ਇਹ ਨਹੀਂ ਕਿ ਅਸੀਂ ਕਹੀਏ ਕਿ ਅਸੀਂ ਆਤਮਾ ਦੇ ਦੁਆਰਾ ਚੱਲਦੇ ਹਾਂ ਤੇ ਕੰਮ ਜਿਹੜੇ ਅਸੀਂ ਉਹ ਸੰਸਾਰਿਕ ਹੀ ਕਰੀ ਜਾਂਦੇ ਹਾਂ। ਹੋਰ ਬਹੁਤ ਸਾਰੇ ਕੰਮ ਜਿਹੜੇ ਗੁੱਸਾ, ਬਦੀ, ਬੈਰ, ਵਿਰੋਧ, ਝਗੜੇ, ਹਸਦ, ਮੋਹ, ਲੋਭ, ਕ੍ਰੋਧ ਜਿਹੜਾ ਆ ਉਹ ਅਸੀਂ ਕਰੀ ਜਾਂਦੇ ਹਾਂ। ਹਾਲੇਲੂਇਆ। ਜੇ ਤੁਸੀਂ ਆਤਮਾ ਦੁਆਰਾ ਚੱਲਦੇ ਤਾਂ ਆਤਮਿਕ ਕੰਮ ਕਰੋ, ਆਤਮਿਕ, ਹਾਲੇਲੂਇਆ, ਆਤਮਿਕ ਬਣੋ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਹੈ, ਪਰ ਜੇ ਤੁਸੀਂ ਆਤਮਾ ਦੀ ਗਵਾਹੀ ਨਾਲ ਚੱਲਦੇ ਹੋ ਤਾਂ ਸ਼ਰ੍ਹਾ ਦੇ ਮਹੱਤਵ ਨਹੀਂ ਹੋ। ਜੇ ਤੁਸੀਂ ਆਤਮਾ ਦੀ ਗਵਾਹੀ ਨਾਲ ਚੱਲਦੇ ਹੋ ਤਾਂ ਸ਼ਰ੍ਹਾ ਦੇ ਮਹੱਤਵ ਨਹੀਂ ਹੋ। ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ, ਉਹ ਇਹ ਹਨ ਜਿਹੜੇ ਸਰੀਰ ਦੇ ਕੰਮ ਹੈ ਮੇਰੇ ਜੀਜੋ, ਉਹ ਪ੍ਰਗਟ ਹਨ।
ਸਾਫ਼ ਸਾਫ਼ ਪਰਮੇਸ਼ਰ ਦੇ ਵਚਨ 'ਚ ਲਿਖਿਆ ਜਿਹੜੇ ਸਰੀਰ ਦੇ ਕੰਮ ਆ ਉਹ ਕੀ ਲਿਖਿਆ ਪ੍ਰਗਟ ਹਨ। ਹਾਲੇਲੂਇਆ। ਲਿਖਿਆ ਹਰਾਮਕਾਰੀ, ਗੰਦਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਬੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾ, ਹਾਲੇਲੂਇਆ, ਖਾਰ, ਨਸ਼ੇ, ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ, ਇਹਨਾਂ ਗੱਲਾਂ ਦੇ ਵਿਰੁੱਧ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ, ਜਿਵੇਂ ਮੈਂ ਅੱਗੇ ਵੀ ਆਖਿਆ ਸੀ ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਹਾਲੇਲੂਇਆ। ਇਹ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਜੋ ਵੀ ਮੈਂ ਤੁਹਾਨੂੰ ਪੜ੍ਹ ਕੇ ਦਿਖਾਇਆ ਮੇਰੇ ਜੀਜੋ, ਜਿਹੜੇ ਸਰੀਰਕ ਕੰਮ ਆ ਮੇਰੇ ਜੀਜੋ, ਇਹ ਸਾਰੇ ਜੇ ਕੰਮ ਇੱਕ ਕੰਮ ਵੀ ਉਹਦੇ ਵਿੱਚ ਇਹ ਹੋਇਆ ਤਾਂ ਉਹ ਪਰਮੇਸ਼ਰ ਦੇ ਵਚਨ 'ਚ ਸਾਫ਼-ਸਾਫ਼ ਲਿਖਿਆ ਕਿ ਉਹ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਮੇਰੇ ਜੀਜੋ। ਹਾਲੇਲੂਇਆ। ਕ੍ਰੋਧ ਜਿਹੜਾ ਆ ਬਹੁਤ ਹੀ ਮੈਂ ਕੱਲ ਇੱਕ ਬਹੁਤ ਹੀ ਜਦੋਂ ਵੀਡੀਓ ਇੱਕ ਦੇਖੀ ਮੈਂ ਕਿ ਖਾਂਬਰੇ ਚਰਚ ਦੀ ਦੇਖੀ ਉੱਥੇ ਪਾਸੇ ਨਰੋਲਾ ਸਾਹਿਬ ਦੇ ਵਾਈਫ ਜਦੋਂ ਉਹਦੇ ਉੱਤੇ ਸਟੇਜ ਦੇ ਉੱਪਰ ਇੱਕ ਲੜਕੀ ਨੂੰ ਗੁੱਤੋਂ ਫੜ ਕੇ ਉਹਦੇ ਤੋਂ ਮੁੱਕ ਮਾਰ ਕੇ ਉਹਨੂੰ ਥੱਲੇ ਸਿੱਟਦੀ ਹੈ ਮੇਰੇ ਜੀਜੋ। ਹਾਲੇਲੂਇਆ। ਇੱਕ ਪਾਸੇ ਤਾਂ ਇੱਕ ਔਰਤ ਚੰਗੀ ਹੀ ਵੀਲ ਚੇਅਰ ਦੇ ਉੱਪਰ ਚੰਗੀ ਹੋਈ ਆ ਤੇ ਉਹਦੀ ਟੈਸਟਮਨੀ ਦਵਾਉਂਦੇ ਆ, ਪਰ ਦੂਜੇ ਪਾਸੇ ਉਹ ਸੇਮ ਜਿਹੜੀ ਆ ਸੋਨੀਆ ਨਰੋਲਾ ਜਿਹੜੇ ਆ ਉਹ ਇੱਕ ਕੁੜੀ ਨੂੰ ਗੁੱਤ ਫੜ ਕੇ ਉਹਨੂੰ ਚੱਕ ਕੇ ਭੁੰਜੇ ਥੱਲੇ ਮਾਰਦੇ ਆ। ਕਿੱਡੀ ਮਾੜੀ ਗੱਲ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਕ੍ਰੋਧ ਜਿਹੜਾ ਕ੍ਰੋਧ ਆ ਜਿਹੜਾ ਹੈ ਨਾ, ਕ੍ਰੋਧ ਜਿਹੜਾ ਇਹ ਸਾਰੇ ਕੰਮ ਕਰਾਉਂਦਾ ਮੇਰੇ ਚੀਜ਼ਾਂ, ਗੁੱਸਾ ਜਿਹੜਾ ਆ ਇਹ ਕੰਮ ਕਰਾਉਂਦਾ। ਲਿਖਿਆ ਹੈ ਪਰਮੇਸ਼ਰ ਦੇ ਵਚਨ 'ਚ ਸਾਫ਼-ਸਾਫ਼ ਜਿਹੜੇ ਸਰੀਰ ਦੇ ਕੰਮ ਆ ਉਹਨਾਂ ਦੇ ਵਿੱਚ ਇੱਕ ਕ੍ਰੋਧ ਵੀ ਆਉਂਦਾ ਮੇਰੇ ਜੀਜੋ, ਗੁੱਸਾ ਵੀ ਆਉਂਦਾ ਮੇਰੇ ਜੀਜੋ। ਇਹ ਜਿਹੜੇ ਕੰਮ ਗੁੱਸਾ ਕ੍ਰੋਧ ਜਿਹੜਾ ਆ ਸਾਡੇ ਵਿੱਚ, ਇਹ ਬਿਲਕੁਲ ਟੋਟਲੀ ਨਹੀਂ ਹੋਣਾ ਚਾਹੀਦਾ। ਤੁਸੀਂ ਸਟੇਜ ਦੇ ਉੱਪਰ ਕਿਸੇ ਲੜਕੀ ਨੂੰ ਤੁਸੀਂ ਗੁੱਤੋਂ ਫੜ ਕੇ ਮਾਰ ਕੇ ਉਹਨੂੰ ਥੱਲੇ ਸਿੱਟਦੇ ਆ, ਇਹ ਆਤਮਾ ਦੇ ਫਲ ਹੈ, ਇਹ ਸਰੀਰਕ ਕੰਮ ਹੈ ਮੇਰੇ ਜੀਜੋ। ਫਿਰ ਅਸੀਂ ਕਹਿੰਦੇ ਹਾਂ ਕਿ ਸਾਡੇ ਵਿੱਚ ਪਵਿੱਤਰ ਆਤਮਾ ਕੰਮ ਕਰਦਾ ਹੈ ਮੇਰੇ ਜੀਜੋ। ਜਿਹਦੇ ਵਿੱਚ ਪਵਿੱਤਰ ਆਤਮਾ ਕੰਮ ਕਰਦਾ ਹੈ ਉਹ ਕਦੀ ਵੀ ਇਹ ਕੰਮ ਨਹੀਂ ਕਰ ਸਕਦਾ ਹੈ। ਹਾਲੇਲੂਇਆ। ਸਾਨੂੰ ਜੇ ਉਹਦੇ ਕੋਲੋਂ ਕੋਈ ਗਲਤੀ ਵੀ ਹੋ ਗਈ ਸੀ, ਪਰ ਸਾਨੂੰ ਉਹਨੂੰ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਸੀ ਮੇਰੇ ਜੀਜੋ। ਹਾਲੇਲੂਇਆ। ਪਿਆਰ ਦੇ ਨਾਲ ਪਰਮੇਸ਼ਰ ਨੇ ਸਾਨੂੰ ਪਿਆਰ ਸਿਖਾਇਆ ਹੈ, ਪਰ ਉੱਥੇ ਕੀ ਹੋ ਰਿਹਾ ਹੈ? ਹਾਲੇਲੂਇਆ। ਕਦੀ ਪਾਸਟਰ ਸਾਹਿਬ ਕੁੱਟਣਾ ਸ਼ੁਰੂ ਕਰ ਦਿੰਦੇ ਕਿਸੇ ਨੂੰ। ਪਿੱਛੇ ਜੇ ਇੱਕ ਵੀਡੀਓ ਆਈ ਸੀ, ਇੱਕ ਮੁੰਡੇ ਦੇ ਉਹਨਾਂ ਨੇ ਚਪੇੜਾਂ ਮਾਰੀਆਂ, ਹੋਰ ਭੱਦੀ ਸ਼ਬਦਾਵਲੀ ਜਿਹੜੀ ਬੋਲੀ ਉਹਨਾਂ ਨੇ। ਪਰ ਮੇਰੇ ਜੀ, ਪਰਮੇਸ਼ਰ ਦਾ ਵਚਨ ਸਾਨੂੰ ਇਹ ਕਹਿੰਦਾ ਹੈ ਕਿ ਅਸੀਂ ਕਰੀਏ ਨਹੀਂ। ਜੇ ਤੁਸੀਂ ਆਤਮਾ ਦੁਆਰਾ ਚੱਲਦੇ ਹੋ ਤਾਂ ਆਤਮਕ ਕੰਮ ਕਰੋ ਤੁਸੀਂ। ਹਾਲੇਲੂਇਆ। ਉੱਥੇ ਜਿਹਨੂੰ ਪਤਾ ਚੱਲਦਾ ਹੈ ਕਿ ਦਰਖਤ ਜਿਹੜਾ ਫਲਾਂ ਤੋਂ ਪਛਾਣਿਆ ਜਾਂਦਾ ਹੈ। ਜਦੋਂ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਸਾਰੇ ਪਾਸੇ, ਤਾਂ ਮੇਰੇ ਜੀਜੋ ਸਾਨੂੰ ਸਿੱਖਣ ਦੀ ਜ਼ਰੂਰਤ ਆ ਕਿ ਅਸੀਂ ਉਹਨਾਂ ਵਰਗੇ ਕੰਮ ਨਾ ਕਰੀਏ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਸਾਫ਼-ਸਾਫ਼ ਕਰਦਾ ਹੈ ਇਹ ਕ੍ਰੋਧ ਜਿਹੜਾ ਗੁੱਸਾ ਆ, ਜਿਹੜਾ ਬਾਕੀ ਜਿਹੜੀਆਂ ਮੈਂ ਤੁਹਾਨੂੰ ਇੱਕ ਵਾਰੀ ਹੋਰ ਤੁਹਾਨੂੰ ਮੈਂ ਦੱਸਦਾ ਹਾਂ ਕਿ ਜੋ ਵੀ ਜਿਹੜੇ ਸਰੀਰਕ ਕੰਮ ਹੈ ਹਰਾਮਕਾਰੀ, ਗੰਦਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਬੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇਬਾਜ਼ੀ, ਬਦਮਸਤੀਆਂ ਅਤੇ ਇਹੋ ਜਿਹੇ ਕੰਮ, ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼-ਸਾਫ਼ ਆਖਦਾ ਹਾਂ, ਜਿਵੇਂ ਮੈਂ ਅੱਗੇ ਵੀ ਆਖਿਆ ਸੀ ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਹਾਲੇਲੂਇਆ। ਇੱਥੇ ਤਾਂ ਤੁਸੀਂ ਸ਼ੋਹਰਤ ਕਮਾ ਲੋਗੇ ਕਿ ਬਈ ਇੰਨੇ ਲੋਕੀ ਆ ਸਾਡੇ ਕੋਲ, ਭੀੜਾਂ ਦੀਆਂ ਭੀੜਾਂ ਆ, ਇੱਥੇ ਤਾਂ ਤੁਸੀਂ ਸ਼ੋਹਰਤ ਕਮਾ ਲੋਗੇ। ਤਾਂ ਮੇਰੇ ਜੀਜੋ ਉੱਥੇ ਜਾ ਕੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਜਾ ਕੇ ਤੁਸੀਂ ਕੀ ਬੋਲੋਗੇ ਮੇਰੇ ਜੀਜੋ? ਬਹੁਤ ਸਾਰੇ ਲੋਕ ਕਹਿੰਦੇ ਜੀ ਉੱਥੇ ਬਹੁਤ ਵੱਡੇ ਕੰਮ ਹੁੰਦੇ ਆ, ਉੱਥੇ ਬਹੁਤ ਵੱਡੇ ਕੰਮ ਹੁੰਦੇ ਆ ਮੇਰੇ ਜੀਜੋ। ਪ੍ਰਭੂ ਯਿਸੂ ਮਸੀਹ ਨਾਸਰੀ ਜੀ ਕਹਿੰਦੇ ਆ ਜਿੱਥੇ 2 ਜਾਂ 3 ਮੇਰੇ ਨਾਂ ਦੇ ਵਿੱਚ ਇਕੱਠੇ ਹੁੰਦੇ ਆ, ਮੈਂ ਉੱਥੇ ਹਾਜ਼ਰ ਤੇ ਨਾਜ਼ਰ ਆ ਮੇਰੇ ਜੀਜੋ। ਭੀੜਾਂ ਨਹੀਂ ਅਸੀਂ ਦੇਖਣੀਆਂ ਹੈ। ਭੀੜਾਂ ਤਾਂ ਪ੍ਰਭੂ ਯਿਸੂ ਮਸੀਹ ਦੇ ਵੀ ਪਿੱਛੇ ਬਹੁਤ ਭੀੜਾਂ ਸੀ, ਇੱਕ ਦੂਜੇ ਦੇ ਉੱਪਰ ਡਿੱਗਦੇ ਹੁੰਦੇ ਸੀ ਮੇਰੇ ਜੀਜੋ। ਤੇ ਆਖਿਰ ਤੇ ਭੀੜਾਂ ਦੇ ਵਿੱਚੋਂ ਕਿੰਨੇ ਲੋਕੀ ਰਹਿ ਗਏ? 12 ਲੋਕੀ ਰਹਿ ਗਏ ਮੇਰੇ ਜੀਜੋ। ਭੀੜਾਂ ਨਹੀਂ ਅਸੀਂ ਦੇਖਣੀਆਂ ਹੈ। ਕਿਸੇ ਦੇ ਕੋਲ ਲੱਖਾਂ ਲੋਕੀ ਹੋਣ, ਕਿਸੇ ਦੇ ਕੋਲ 40 ਲੋਕੀ ਹੋਣ ਜਾਂ 20 ਲੋਕ ਹੋਣ ਜਾਂ 4 ਲੋਕ ਵੀ ਹੋਣ ਮੇਰੇ ਜੇ, ਪਰਮੇਸ਼ਰ ਦੇ ਵਚਨ ਲਿਖਿਆ ਜਿੱਥੇ 2 ਜਾਂ 3
ਮੇਰੇ ਨਾਚ ਕੱਟੇ ਹੁੰਦੇ ਆ, ਉੱਥੇ ਮੈਂ ਹਾਜ਼ਰ ਤੇ ਨਾਚ ਰਿਹਾ ਮੇਰੇ ਜੀਜਾ। ਪਰਮੇਸ਼ਰ ਦੇ ਦਾਸ ਵੱਡੇ ਹੋਣ ਛੋਟੇ ਹੋਣ ਸਾਰੇ ਆਦਰ ਦੇ ਯੋਗ ਆ। ਇਸ ਕਰਕੇ ਸਾਨੂੰ ਸਿੱਖਣ ਦੀ ਜ਼ਰੂਰਤ ਆ ਕੀ ਹੋ ਰਿਹਾ ਉੱਥੇ ਮੇਰੇ ਜੀਜੋ। ਹਾਲੇਲੂਇਆ। ਦਰਖਤ ਜਿਹੜਾ ਹੈ ਉਹ ਫਲਾਂ ਤੋਂ ਪਹਿਚਾਣਿਆ ਜਾਂਦਾ ਜਦੋਂ ਆਪਾਂ ਦੇਖਦੇ ਆ ਉੱਥੇ ਕੰਮ ਜਿਹੜੇ ਉੱਥੇ ਹੋ ਰਹੇ ਆ, ਉਹ ਜਿਹੜੇ ਪਰਮੇਸ਼ਰ ਦੇ ਵਚਨ ਤੋਂ ਬਾਹਰ ਹੋ ਰਿਹਾ ਮੇਰੇ ਚੀਜ਼ੋ। ਪਰਮੇਸ਼ਰ ਦੇ ਵਚਨ ਤੋਂ ਬਾਹਰ ਹੋ ਰਿਹਾ। ਪਰਮੇਸ਼ਰ ਦਾ ਵਚਨ ਪ੍ਰਭੂ ਯਿਸੂ ਮਸੀਹ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਤੁਸੀਂ ਉੱਥੇ ਕਿਸੇ ਨੂੰ ਸਟੇਜ ਦੇ ਉੱਪਰ ਹੀ ਕੁੱਟਣਾ ਸ਼ੁਰੂ ਕਰ ਦਿਓ। ਹਾਲੇਲੂਇਆ ਮੇਰੇ ਜੀਜੋ। ਇਹ ਜਿਹੜੇ ਆ ਇਹ ਸਰੀਰਕ ਕੰਮ ਆ ਮੇਰੇ ਜੀਜੋ। ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਅਸੀਂ ਸਪਿਰਿਚੁਅਲ ਫਾਦਰ ਆ, ਸਪਿਰਿਚੁਅਲ ਪਾਪਾ ਆ, ਜਾਂ ਸਪਿਰਿਚੁਅਲ ਮਦਰ ਆ, ਜਾਂ ਸਪਿਰਿਚੁਅਲ ਮਾਂ ਆ। ਪਰ ਸਪਿਰਿਚੁਅਲ ਮਾਵਾਂ ਜਿਹੜੀਆਂ ਉਹ ਇਦਾਂ ਕਰਦੀਆਂ ਹੁੰਦੀਆਂ ਮੇਰੇ ਜੀਜੋ, ਕਿਸੇ ਨੂੰ ਕੁੱਟਦੀਆਂ, ਫੜ ਕੇ ਜੁੰਡਿਆਂ ਤੋਂ ਫੜ ਕੇ ਥੱਲੇ ਸੜਦੀਆਂ। ਦਿਸ ਇਜ਼ ਨਾਟ ਏ ਸਪਿਰਿਚੁਅਲ। ਇਹ ਸ਼ੈਤਾਨ ਦੇ ਕੰਮ ਆ ਮੇਰੇ ਜੀਜੋ ਜੋ ਤੁਸੀਂ ਕਰ ਰਹੇ ਹੋ। ਹਾਲੇਲੂਇਆ। ਇਸ ਕਰਕੇ ਸਾਨੂੰ ਸਿੱਖਣ ਦੀ ਜ਼ਰੂਰਤ ਹੈ। ਪਰਮੇਸ਼ਰ ਦੇ ਵਚਨ 'ਚ ਅੱਗੇ ਲਿਖਿਆ ਉਹ ਸਵਰਗ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਈਆਂ ਜਾਣਗੀਆਂ। ਹੁਣ ਆਤਮਾ ਦੇ ਫਲ ਦੇਖ ਲਓ ਮੇਰੇ ਚੀਜ਼ੋ। ਹਾਲੇਲੂਇਆ। ਆਤਮਾ ਦੇ ਫਲ ਕੀ ਹੈ? ਆਤਮਾ ਦੇ ਫਲ ਇਹ ਹੈ ਪ੍ਰੇਮ, ਆਨੰਦ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਜਮ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰ੍ਹਾ ਨਹੀਂ ਆ। ਇਹ ਆ ਆਤਮਿਕ ਕੰਮ ਮੇਰੇ ਚੀਜ਼ੋ। ਹਾਲੇਲੂਇਆ। ਜੇ ਇਹ ਆਤਮਾ ਦੇ ਫਲ ਸਾਡੇ ਵਿੱਚ ਹੋਣਗੇ ਤਾਂ ਦਰਖਤ ਜਿਹੜਾ ਫਲਾਂ ਤੋਂ ਪਛਾਣ ਜਾਂਦਾ, ਫਿਰ ਤੁਹਾਨੂੰ ਸਾਰੇ ਲੋਕ ਕਹਿਣਗੇ ਵੀ ਬਹੁਤ ਹੀ ਅੱਛੇ ਲੋਕ ਹੈ, ਬਹੁਤ ਹੀ ਅੱਛੀ ਸੇਵਾ ਕਰਦੇ, ਪਰਮੇਸ਼ਵਰ ਦੇ ਨਾਮ ਨੂੰ ਚਲਾਲ ਦਿੰਦੇ ਆ। ਇਹ ਆ ਆਤਮਾ ਦੇ ਫਲ ਮੇਰੇ ਚੀਜ਼ੋ। ਹਾਲੇਲੂਇਆ। ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਜਮ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰ੍ਹਾ ਨਹੀਂ। ਤੁਸੀਂ ਉੱਥੇ ਦੇਖਿਆ ਇਹ ਕੁਝ ਹੋ ਰਿਹਾ ਹੈ? ਕੋਈ ਧੀਰਜ ਹੈ ਉੱਥੇ? ਕੋਈ ਨਰਮਾਈ ਹੈ? ਸੰਜਮ ਹੈ? ਉੱਥੇ ਤਾਂ ਗੁੱਸੇ ਦੇ ਨਾਲ ਭਰੇ ਹੋਏ ਆ। ਭਾਵੇਂ ਪਾਸਟਰ ਹੋਵੇ ਉੱਥੇ, ਅਪੋਸਟਲ ਹੋਵੇ, ਭਾਵੇਂ ਉਹਦੀ ਵਾਈਫ ਹੋਵੇ ਸੋਨੀਆ ਨਰੂਲਾ ਹੋਵੇ, ਭਾਵੇਂ ਕੋਈ ਵੀ ਹੋਵੇ, ਗੁੱਸੇ ਦੇ ਨਾਲ ਭਰੇ ਹੋਏ ਆ ਮੇਰੇ ਚੀਜ਼ੋ। ਜਿਹੜਾ ਕਿ ਪਰਮੇਸ਼ਰ ਦਾ ਵਚਨ ਸਾਨੂੰ ਜਿਹੜਾ ਆ ਉਹ ਨਹੀਂ ਸਿਖਾਉਂਦਾ ਹੈ। ਹਾਲੇਲੂਇਆ। ਜੇ ਅਸੀਂ ਕਹਿੰਦੇ ਕਿ ਅਸੀਂ ਆਤਮਾ ਦੇ ਦੁਆਰਾ ਆਤਮਾ ਦੇ ਵਿੱਚ ਭਰੇ ਹੋਏ ਤਾਂ ਵੀ ਆਤਮਾ ਦੁਆਰਾ ਚੱਲੋ ਵੀ, ਚੱਲ ਕੇ ਵੀ ਦਿਖਾਓ। ਲੋਕਾਂ ਨੂੰ ਕਿਉਂ ਤੁਸੀਂ ਬੇਵਕੂਫ ਬਣਾ ਰਹੇ ਆ? ਲੋਕਾਂ ਨੂੰ ਤੁਸੀਂ ਗਲਤ ਸਿੱਖਿਆ ਕਿਉਂ ਦੇ ਰਹੇ ਆ? ਲੋਕਾਂ ਨੂੰ ਠੋਕਰ ਦਾ ਕਾਰਨ ਕਿਉਂ ਤੁਸੀਂ ਬਣ ਰਹੇ ਹੋ ਲੋਕਾਂ ਦੇ ਲਈ? ਹਾਲੇਲੂਇਆ। ਇਸ ਕਰਕੇ ਸਾਨੂੰ ਬਹੁਤ ਹੀ ਸਮਝਣ ਦੀ ਲੋੜ ਹੈ। ਇਹ ਨਹੀਂ ਕਿ ਦੇਖਣਾ ਕਿ ਅਸੀਂ ਉੱਥੇ ਬਹੁਤ ਭੀੜਾਂ ਦੀਆਂ ਭੀੜਾਂ ਆ, ਉੱਥੇ ਚੱਲੋ ਬਈ, ਉੱਥੇ ਆ ਹੋ ਗਿਆ, ਉੱਥੇ ਆ ਹੋ ਗਿਆ। ਨਹੀਂ ਮੇਰੇ ਜੀਜੋ। ਆਖਰ ਤੇ ਕੀ ਕਹਿਣਾ? ਮੈਂ ਯਿਸੂ, ਮੈਂ ਤੇਰੇ ਨਾਂ ਦੇ ਵਿੱਚ ਭੂਤ ਕੱਢੇ, ਮੈਂ ਤੇਰੇ ਨਾਂ 'ਚ ਲੋਕਾਂ ਨੂੰ ਚੰਗਾ ਕੀਤਾ, ਮੈਂ ਤੇਰੇ ਨਾਂ ਦੇ ਵਿੱਚ ਆ ਕੀਤਾ, ਮੈਂ ਤੇਰੇ ਨਾਂ 'ਚ ਆ ਕੀਤਾ। ਤੇ ਉੱਥੇ ਪ੍ਰਭੂ ਯਿਸੂ ਮਸੀਹ ਨੇ ਫਿਰ ਕੀ ਕਹਿਣਾ ਹੈ? ਹੇ ਬਰਿਆਰਿਓ, ਮੇਰੇ ਕੋਲੋਂ ਦੂਰ ਹੋ ਜਾਓ, ਮੈਂ ਤੁਹਾਨੂੰ ਨਹੀਂ ਜਾਣਦਾ। ਹਾਲੇਲੂਇਆ। ਹੇ ਬਰਿਆਰਿਓ, ਮੇਰੇ ਕੋਲੋਂ ਦੂਰ ਹੋ ਜਾਓ, ਮੈਂ ਤੁਹਾਨੂੰ ਨਹੀਂ ਜਾਣਦਾ। ਕਿਉਂ ਨਹੀਂ ਜਾਣਦਾ? ਉਹਨਾਂ ਨੇ ਕਹਿਣਾ, ਪ੍ਰਭੂ ਯਿਸੂ ਨੇ ਕਹਿਣਾ, ਤੁਸੀਂ ਮੇਰੇ ਨਾਂ ਦੇ ਵਿੱਚ ਤਾਂ ਤੁਸੀਂ ਇਹ ਸਾਰਾ ਕੁਝ ਕੀਤਾ, ਪਰ ਤੁਸੀਂ ਆਪ ਕੀ ਕੀਤਾ ਹੈ? ਤੁਸੀਂ ਆਪ ਉਹੀ ਸਰੀਰ ਕੰਮ ਕਰਕੇ ਆਏ ਹੋ। ਆਪ ਤੁਸੀਂ ਕੀਤੇ। ਧੀਰਜ ਰੱਖਿਆ ਹੈ, ਸ਼ਾਂਤੀ ਰੱਖੀ ਹੈ, ਜਾਂ ਗੁੱਸੇ ਨੂੰ ਕੰਟਰੋਲ ਕੀਤਾ ਹੈ? ਹਾਲੇਲੂਇਆ। ਇਹ ਆ ਮੇਰੇ ਜੀਜੋ ਆਤਮਿਕ ਫਲ ਜਿਹੜੇ ਆ, ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ। ਇਹ ਸਾਡੇ ਵਿੱਚ ਹੋਣੇ ਬਹੁਤ ਹੀ ਜ਼ਰੂਰੀ ਆ। ਤੇ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਸੀਗੇ, ਉਹਨਾਂ ਦੇ ਵਿੱਚ ਇਹ ਸਭ ਕੁਝ ਸੀਗਾ। ਤੇ ਸਾਨੂੰ ਉਹਨੇ ਦੱਸਿਆ ਕਿ ਤੁਸੀਂ ਵੀ ਇਦਾਂ ਦੇ ਬਣੋ। ਤੁਹਾਡੇ ਵਿੱਚ ਵੀ ਇਹ ਜਿਹੜੇ ਆਤਮਿਕ ਫਲ ਜਿਹੜੇ ਆ, ਇਹ ਤੁਹਾਡੇ ਵਿੱਚ ਹੋਣੇ ਬਹੁਤ ਹੀ ਜ਼ਰੂਰੀ ਆ ਮੇਰੇ ਚੀਜ਼ੋ। ਹਾਲੇਲੂਇਆ। ਸਾਨੂੰ ਠੀਕ ਆ, ਚਰਚਾਂ ਦੇ ਵਿੱਚ ਸਟ੍ਰਿਕਨੈਸ ਹੁੰਦੀ ਆ। ਜੇ ਉਹਦੇ ਕੋਲ ਕੋਈ ਗਲਤੀ ਹੋ ਗਈ, ਉਹਨੂੰ ਪਾਸੇ ਇੱਕ ਲੈ ਜਾਓ, ਜਾ ਕੇ ਉਹਨੂੰ ਸਮਝਾਓ। ਇੱਕ ਵਾਰੀ ਸਮਝਾਓ, ਦੋ ਵਾਰੀ ਸਮਝਾਓ। ਜੇ ਨਹੀਂ ਸਮਝਦਾ, ਉਹਨੂੰ ਪੁਲਪਿਟ ਤੇ ਮੁੜ ਕੇ ਨਾ ਲੈ ਕੇ ਆਓ, ਬਲਕਿ ਤੁਸੀਂ ਉੱਥੇ ਹੀ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ। ਉੱਥੇ ਉਹਦੇ ਗੁੱਤ ਤੋਂ ਫੜ ਕੇ ਉਹਨੂੰ ਮੁੱਕੇ ਮਾਰ ਕੇ ਉਹਨੂੰ ਸਿੱਟਦੇ ਆ। ਹਾਲੇਲੂਇਆ। ਜੇ ਉੱਥੇ ਸ਼ੈਤਾਨ ਕੰਮ ਕਰੇ, ਜੇ ਮੋਹਰਿਓਂ ਉਹ ਕੁੜੀ ਉਹਨੂੰ ਫੜ ਕੇ ਕੁਛ ਇਦਾਂ ਦਾ ਕਰਦੀ ਹੈ ਨਾ, ਸ਼ੈਤਾਨ ਜਿਹੜਾ ਬੁੱਕ ਦੇ ਸੀਂਹ ਵਾਂਗੂ ਭਾਲਦਾ ਫਿਰਦਾ ਹੈ ਕਿ ਕਿਹਨੂੰ ਪਾੜ ਖਾਵਾਂ। ਫਿਰ ਉੱਥੇ ਕੀ ਹੁੰਦਾ? ਇੱਕ ਲੋਕਾਂ ਦੇ ਲਈ, ਇੱਕ ਪਰਮੇਸ਼ਰ ਦੇ ਲੋਕਾਂ ਦੇ ਲਈ, ਜਿਹੜੇ ਗੈਰ ਕੌਮ ਦੇ ਲੋਕ ਆ ਮੇਰੇ ਜੀਜੋ, ਉਹਨਾਂ ਨੂੰ ਬਹੁਤ ਹੀ ਬੈਡ ਨਮੂਨਾ ਮਿਲ ਰਿਹਾ ਪ੍ਰਭੂ ਦੇ ਵਿੱਚ ਹੋ ਕੇ। ਬਹੁਤ ਜ਼ਿਆਦਾ ਬੈਡ।
ਨਮੂਨਾ ਮਿਲ ਰਿਹਾ, ਲੋਕਾਂ ਨੂੰ ਠੋਕਰ ਦਾ ਕਾਰਨ ਇੱਕ ਬਣ ਰਿਹਾ। ਹਾਲੇਲੂਇਆ। ਇਸ ਕਰਕੇ ਸਾਨੂੰ ਜਿਹੜਾ ਆ ਬਹੁਤ ਹੀ ਪੈਰ ਜਿਹੜੇ ਫੂਕ ਫੂਕ ਕੇ ਚੱਲਣੇ ਚਾਹੀਦੇ ਖੁਦਾ ਦੇ ਦਾਸਾਂ ਨੂੰ, ਖੁਦਾ ਦੇ ਦਾਸੀਆਂ ਨੂੰ, ਕਿ ਅਸੀਂ ਬਚ ਕੇ ਰਹੀਏ, ਸਾਡੇ ਕੋਲ ਛੋਟਾ ਛੋਟਾ ਵੀ ਗੁਨਾਹ ਨਾ ਹੋ ਜਾਏ। ਲੋਕ ਦੇਖਦੇ ਆ ਕਿੱਡਾ ਵੱਡੀ ਮਿਨਿਸਟਰੀ ਆ, ਲੋਕ ਆਲ ਵਰਲਡ 'ਚ ਤੁਹਾਨੂੰ ਦੇਖਦੇ ਆ, ਤੁਸੀਂ ਕੀ ਕਰ ਰਹੇ ਆ ਉੱਥੇ? ਲੋਕਾਂ ਨੂੰ ਅੱਛਾ ਨਮੂਨਾ ਦਿਖਾ ਰਹੇ ਆ ਕਿ ਅਸੀਂ ਕੁੱਟਦੇ ਵੀ ਆ ਚਰਚ ਦੇ ਵਿੱਚ ਜਿਹੜੇ ਲੋਕੀ ਆਉਂਦੇ ਆ। ਹਾਲੇਲੂਇਆ। ਮੇਰੇ ਜੀਜੋ, ਇਹ ਕੰਮ ਜਿਹੜਾ ਆ ਪਰਮੇਸ਼ਰ ਦੇ ਵਚਨ ਤੋਂ ਬਾਹਰ ਆ। ਤੁਸੀਂ ਪਰਮੇਸ਼ਰ ਦੀ ਨਖੇਦੀ ਕਰ ਰਹੇ ਆ, ਲੋਕਾਂ ਨੂੰ ਇੱਕ ਠੋਕਰ ਦਾ ਕਾਰਨ ਬਣ ਰਹੇ ਆ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ, ਅੱਗੇ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ। ਹਾਲੇਲੂਇਆ, ਥੈਂਕ ਯੂ ਜੀਸਸ। ਲਿਖਿਆ ਇਫਸੀਆਂ ਦੀ ਕਿਤਾਬ 4 ਬਾਬ ਦੀ ਆਪਾਂ ਦੇਖਦੇ ਹਾਂ, 4 ਆਇਤ ਦੇਖਦੇ ਹਾਂ, 4 ਬਾਬ ਦੀ 4 ਲਿਖਿਆ, ਇੱਕੋ ਦੇਹੀ ਅਤੇ ਇੱਕੋ ਆਤਮਾ ਹੈ, ਜਿਵੇਂ ਤੁਸੀਂ ਵੀ ਆਪਣੇ ਸੱਦੇ ਦੇ ਇੱਕੋ ਆਸ ਵਿੱਚ ਸੱਦੇ ਗਏ, ਇੱਕੋ ਪ੍ਰਭੂ ਤੇ ਇੱਕੋ ਹੀ ਨੀਚਾ, ਇੱਕੋ ਹੀ ਪ੍ਰਭੂ ਅਤੇ ਇੱਕੋ ਹੀ ਨੀਚਾ ਸਾਰਿਆਂ ਦੀ ਮੇਰੇ ਚੀਜ਼ੋ। ਹਾਲੇਲੂਇਆ। ਇੱਕੋ ਬਪਤਿਸਮਾ ਹੈ ਤੇ ਇੱਕੋ ਹੀ ਪਰਮੇਸ਼ਰ ਅਤੇ ਪਿਤਾ ਸਭਨਾਂ ਦਾ ਹੈ। ਇੱਕੋ ਹੀ ਪਿਤਾ ਪਰਮੇਸ਼ਰ ਸਭਨਾਂ ਦਾ ਹੈ, ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ, ਜਿਹੜਾ ਸਭਨਾਂ ਦੇ ਅੰਦਰ ਹੈ ਮੇਰੇ ਜੀਜੋ। ਪਰ ਅਸਾਂ ਵਿੱਚੋਂ ਹਰੇਕ ਉੱਤੇ ਮਸੀਹ ਦੇ ਦਾਨ ਦੇ ਅੰਦਾਜ਼ੇ ਦੇ ਅਨੁਸਾਰ ਕਿਰਪਾ ਕੀਤੀ ਗਈ। ਇਸ ਲਈ ਉਹ ਆਖਦਾ ਹੈ, ਜਾਂ ਉਹ ਤਾਂ ਚੜਿਆ ਤਾਂ ਉਹ ਮੰਦਰ ਨੂੰ ਬੰਨ ਲਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ ਮੇਰੇ ਜੀਜੋ। ਜੇ ਪਰਮੇਸ਼ਰ ਨੇ ਸਾਨੂੰ ਪੁੱਤਰ ਆਤਮਾ ਦਾ ਦਾਨ ਦਿੱਤਾ ਹੈ ਤਾਂ ਅਸੀਂ ਪੁੱਤਰ ਆਤਮਾ ਦੇ ਦੁਆਰਾ ਚੱਲੀਏ ਵੀ ਮੇਰੇ ਚੀਜ਼ੋ। ਕਈ ਤਾਂ ਜਾਂਦੇ ਅਸੀਂ ਪੁੱਤਰ ਆਤਮਾ ਨਾਲ ਭਰੇ ਹੋਏ, ਅਸੀਂ ਪੁੱਤਰ ਆਤਮਾ ਨਾਲ ਚੱਲਦੇ ਹਾਂ, ਸਾਰਾ ਕੁਝ ਕਰ, ਪਰ ਪਵਿੱਤਰ ਆਤਮਾ ਦਾ ਦਾਨ ਜਿਹੜਾ ਸਾਨੂੰ ਉੱਥੇ ਦਿਖਾਉਣਾ ਚਾਹੀਦਾ ਕਿ ਸੱਚਮੁੱਚ ਅਸੀਂ ਪਵਿੱਤਰ ਆਤਮਾ ਚੱਲਦੇ। ਜੇ ਤੁਸੀਂ ਕੰਮ ਉੱਥੇ ਇਦਾਂ ਦੇ ਕਰਨੇ, ਸਟੇਜਾਂ ਦੇ ਚੜ੍ਹ ਕੇ ਲੋਕਾਂ ਨੂੰ ਕੁੱਟਣਾ ਹੀ ਆ, ਜਿਹੜੇ ਬੱਚੇ ਉਹਨਾਂ ਨੂੰ ਕੁੱਟਣਾ ਆ ਜਾਂ ਪੜ ਕੇ ਤੁਸੀਂ, ਤਾਂ ਫਿਰ ਤੁਸੀਂ ਆਤਮਾ ਦੇ ਦੁਆਰਾ ਨਹੀਂ ਚੱਲਦੇ, ਸਰੀਰਕ ਤੌਰ ਤੇ ਚੱਲਦੇ ਆ ਤੁਸੀਂ। ਇੱਕ ਲੋਕਾਂ ਨੂੰ ਜਿਹਨੂੰ ਇੱਕ ਕੀ ਕਹਿੰਦੇ ਹੁੰਦੇ ਆ ਕਿ ਪਰਮੇਸ਼ਰ ਦੇ ਵਚਨ ਤੋਂ ਬਾਹਰ ਚੱਲ ਰਹੇ ਆ ਤੁਸੀਂ। ਪਰਮੇਸ਼ਰ ਦਾ ਵਚਨ ਨਹੀਂ ਸਿਖਾਉਂਦਾ ਸਾਨੂੰ ਕਿ ਤੁਸੀਂ ਲੋਕਾਂ ਨੂੰ ਕੁੱਟੋ ਉੱਥੇ। ਜਿਸ ਸਟ੍ਰਿਕਨੈਸ ਹੈ ਹਰ ਚਰਚਾਂ ਦੇ ਵਿੱਚ ਹੈ, ਪਰ ਜੇ ਕਿਸੇ ਕੋਲ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹਨੂੰ ਬੜੇ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਮੇਰੇ ਜੀਜੋ ਕਿ ਨਹੀਂ, ਤੂੰ ਇੱਥੇ ਗਲਤ ਆ, ਅੱਗੇ ਤੋਂ ਇਹ ਨਾ ਕਰੇ। ਸੈਪਰੇਟ ਲੈ ਕੇ ਜਾ ਕਰਕੇ, ਇਹ ਨਹੀਂ ਕਿ ਸਾਹਮਣੇ ਤੁਸੀਂ ਕਰਨਾ ਸ਼ੁਰੂ ਕਰ ਦਿੰਦੇ ਆ, ਕੁੱਟਣਾ ਸ਼ੁਰੂ ਕਰ ਦਿੰਦੇ ਆ। ਦੈਟਸ ਵੈਰੀ ਰੋਂਗ। ਪਰਮੇਸ਼ਰ ਦਾ ਵਚਨ ਸਾਨੂੰ ਇਹ ਨਹੀਂ ਦੱਸਦਾ ਹੈ ਮੇਰੇ ਜੀਜੋ। ਹਾਲੇਲੂਇਆ। ਅੱਗੇ ਲਿਖਿਆ ਕਿ ਅੱਗੇ ਆਪਾਂ ਪੜ੍ਹਦੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਲਿਖਿਆ ਕਿ ਇਫਸੀਆਂ ਦੀ ਕਿਤਾਬ ਉਹਦਾ 4 ਬਾਬ ਦੀ 24 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। 23 ਆਇਤ ਦੇਖਦੇ ਹਾਂ। ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ। ਆਪਣੇ ਮਨ ਦੇ ਸੁਭਾਅ ਦੇ ਵਿੱਚ ਨਵੇਂ ਬਣਨਾ ਮੇਰੇ ਜੀਜੋ। ਉਹ ਹੀ ਨਹੀਂ, ਅਸੀਂ ਮਸੀਹ ਦੇ ਵਿੱਚ ਵੀ ਆਣ ਕੇ ਉੱਥੇ ਕੰਮ ਵੀ ਹੁੰਦੇ, ਸਭ ਕੁਝ ਹੁੰਦਾ ਆ, ਪਰ ਤੁਹਾਡਾ ਸੁਭਾਅ ਜਿਹੜਾ ਉਦਾਂ ਦਾ ਹੀ ਹੈ, ਗੁੱਸੇ ਵਾਲਾ, ਕ੍ਰੋਧ ਵਾਲਾ। ਚੇਂਜ ਕਰਨਾ ਆਪਾਂ ਆਪਣੇ ਮਨਾਂ ਨੂੰ। ਮੈਂ ਵੀ ਵਿੱਚ ਹੀ ਆਣਾ, ਅਸੀਂ ਸਭ ਪਰਮੇਸ਼ਰ ਦੇ ਵਿੱਚ ਹੋ ਕੇ ਅਸੀਂ ਇਹ ਆਖਦੇ ਹਾਂ, ਮੈਂ ਵੀ ਵਿੱਚ, ਸਾਨੂੰ ਆਪਣੇ ਮਨਾਂ ਨੂੰ, ਸੁਭਾਅ ਨੂੰ ਆਪਣੇ ਨੂੰ ਚੇਂਜ ਕਰਨਾ ਹੈ ਮੇਰੇ ਜੋ। ਗੁੱਸਾ ਸਾਡੀਆਂ ਜ਼ਿੰਦਗੀਆਂ ਚੋਂ ਨਿਕਲਣਾ ਚਾਹੀਦਾ ਹੈ। ਹਾਲੇਲੂਇਆ, ਹਾਲੇਲੂਇਆ। ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ। ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ਰ ਦੇ ਅਨੁਸਾਰ ਸੱਚਾਈ ਦੇ ਧਰਮ ਅਤੇ ਪਵਿੱਤਰਤਾਈ ਦੇ ਵਿੱਚ ਉਤਪਤ ਹੋਈ ਹੈ। ਹਾਲੇਲੂਇਆ। ਨਵੀਂ ਇਨਸਾਨੀਅਤ, ਜਿਹੜੀ ਤੁਹਾਡੀ ਪੁਰਾਣੀ ਇਨਸਾਨੀਅਤ ਹੈ, ਜੋ ਤੁਸੀਂ ਪਹਿਲਾਂ ਕੰਮ ਕਰਦੇ ਸੀ, ਉਹਨਾਂ ਨੂੰ ਛੱਡ ਕੇ ਨਵੀਂ ਇਨਸਾਨੀਅਤ ਪਹਿਨਣੀ ਹੈ ਮੇਰੇ ਜੀਜੋ। ਨਵੇਂ ਕੰਮ ਕਰਨੇ ਹੈ। ਗੁੱਸਾ, ਬਦੀ, ਬੈਰ, ਵਿਰੋਧ, ਝਗੜੇ ਜੋ ਤੁਹਾਡੇ ਪਹਿਲਾਂ ਜਿਹੜੇ ਹੁੰਦੇ ਸੀ ਤੁਹਾਡੇ ਵਿੱਚ, ਉਹਨਾਂ ਨੂੰ ਖਤਮ ਕਰਨਾ ਹੈ। ਜੇ ਤੁਸੀਂ ਉਹੀ ਲੈ ਕੇ ਬੈਠੇ ਆ ਤਾਂ ਤੁਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰੀ ਤੌਰ ਤੇ ਨਹੀਂ ਹੈ। ਤੇ ਜੇ ਅਸੀਂ ਲੋਕਾਂ ਨੂੰ ਦਿਖਾਉਂਦੇ ਆ ਕਿ ਨਹੀਂ ਅਸੀਂ ਮਸੀਹ ਦੇ ਵਿੱਚ ਆ, ਅਸੀਂ ਸਾਡੇ ਚਰਚਾਂ ਦੇ ਵਿੱਚ ਵੱਡੇ ਵੱਡੇ ਕੰਮ ਹੁੰਦੇ ਆ, ਪਰ ਤੁਸੀਂ ਟੋਟਲੀ ਰੋਂਗ ਹੋ ਮੇਰੇ ਚੀਜ਼ੋ। ਕੰਮ ਤਾਂ ਪ੍ਰਭੂ ਯਿਸੂ ਮਸੀਹ ਨਾਸਰੀ ਕਹਿੰਦਾ ਕਿ ਤੁਸੀਂ ਮੇਰੇ ਨਾਮ ਦੇ ਵਿੱਚ ਵੱਡੇ ਵੱਡੇ ਕੰਮ ਹੋਣਗੇ। ਉਹ ਕਿਸੇ ਅਪੋਸਤਲ ਨਰੂਲਾ ਦੇ ਕਹਿਣ ਤੇ ਨਹੀਂ ਹੁੰਦੇ ਹੈਗੇ, ਨਾ ਮੇਰੇ ਕਹਿਣ ਤੇ ਹੁੰਦੇ ਆ, ਨਾ ਕਿਸੇ ਹੋਰ ਦੇ ਕਹਿਣ ਤੇ ਹੁੰਦੇ ਆ। ਪਰਮੇਸ਼ਰ ਪ੍ਰਭੂ ਯਿਸੂ ਕਹਿੰਦਾ ਜਿੱਥੇ 2 ਜਾਂ 3 ਮੇਰੇ ਨਾਂ 'ਚ ਇਕੱਠੇ ਹੋਣ, ਉੱਥੇ ਮੈਂ ਹਾਜ਼ਰ ਤੇ ਨਾਜ਼ਰ ਹਾਂ। ਪਰਮੇਸ਼ਰ ਪ੍ਰਭੂ ਯਿਸੂ ਕਹਿੰਦਾ ਮੇਰੇ ਨਾਂ ਦੇ ਵਿੱਚ ਵੱਡੇ ਵੱਡੇ ਕੰਮ ਹੋਣਗੇ। ਹਾਲੇਲੂਇਆ। ਤੇ ਉਹ ਕਰਦਾ ਕੌਣ ਹੈ? ਕਰਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਆ ਮੇਰੇ ਜੀਜੋ। ਉਹੀ ਸਾਰਾ
ਸਾਰਾ ਕੁਝ ਕਰਦੇ ਹੈ, ਪਰ ਅਸੀਂ ਕੀ ਕਰਨਾ ਹੈ? ਅਸੀਂ ਜਿਹੜੇ ਪੁਰਾਣੇ ਕੰਮ ਜਿਹੜੇ ਆ, ਸਰੀਰਕ ਕੰਮ ਜਿਹੜੇ ਆ, ਉਹਨਾਂ ਨੂੰ ਛੱਡ ਕੇ ਧਰਮ ਦੇ ਕੰਮ ਕਰਨੇ ਆ ਮੇਰੇ ਚੀਜ਼ੋ। ਆਤਮਾ ਦੁਆਰਾ ਚੱਲਣਾ ਹੈ। ਆਤਮਾ ਦੇ ਫਲ ਜਿਹੜੇ ਆ ਉਹ ਤੁਹਾਨੂੰ ਪਹਿਲਾਂ ਪੜ੍ਹ ਕੇ ਮੈਂ ਦੱਸੇ ਹੀ ਮੇਰੇ ਚੀਜ਼ੋ। ਹਾਲੇਲੂਇਆ। ਨਵੀਂ ਇਨਸਾਨੀਅਤ ਨੂੰ ਪਹਿਨ ਲਓ। ਜਿਹੜੀ ਪੁਰਾਣੀ ਇਨਸਾਨੀਅਤ ਨੂੰ ਛੱਡ ਕੇ ਨਵੀਂ ਇਨਸਾਨੀਅਤ, ਜਿਹੜੀ ਪੁਰਾਣੀ ਇਨਸਾਨੀਅਤ ਤੁਹਾਡੀ, ਜਿਹੜੇ ਪੁਰਾਣੇ ਕੰਮ ਆ ਉਹਨਾਂ ਨੂੰ ਛੱਡ ਕੇ ਜਿਹੜੀ ਨਵੀਂ ਇਨਸਾਨੀਅਤ ਪਹਿਨੇ, ਨਵੇਂ ਕੰਮ ਕਰਨੇ ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਆ, ਉਹਦੇ ਤੇ ਅਮਲ ਕਰਕੇ ਮੇਰੇ ਚੀਜ਼ੋ। ਹਾਲੇਲੂਇਆ। ਇਨਸਾਨ ਨੂੰ ਲਾਹ ਸੁੱਟੋ ਤਾਂ ਜੋ ਧੋਖਾ ਦੇਣ ਵਾਲੀਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ। ਜਿਹੜੀ ਤੁਹਾਡੀ ਪੁਰਾਣੀ ਇਨਸਾਨੀਅਤ ਆ, ਧੋਖੇ ਦੇ ਨਾਲ ਜਿਹੜੀ ਆ ਉਹ ਬਦਲਦੀ ਜਾਂਦੀ ਹੈ। ਹਾਲੇਲੂਇਆ। ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ। ਹਾਲੇਲੂਇਆ। ਅਤੇ ਪੁਰਾਣੀ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ਰ ਦੇ ਅਨੁਸਾਰ ਸੱਚਾਈ ਤੇ ਧਰਮ ਦੀ ਪਵਿੱਤਰਤਾ ਵਿੱਚ ਉਤਪਤ। ਜਿਹੜੀ ਨਵੀਂ ਇਨਸਾਨੀਅਤ ਨੂੰ ਪਹਿਨ ਲਓ। ਪਰਮੇਸ਼ਰ ਜੀ ਕਹਿੰਦੇ ਆ ਕਿ ਜਿਹੜੀ ਆ ਧਰਮ ਅਤੇ ਪਵਿੱਤਰਤਾਈ ਦੇ ਵਿੱਚ ਉਤਪਤ ਹੋਈ, ਪਵਿੱਤਰਤਾਈ ਦੇ ਵਿੱਚ ਉਤਪਤ ਹੋਈ ਮੇਰੇ ਚੀਜ਼ਾਂ। ਉਹ ਜਿਹੜੀ ਇਨਸਾਨੀਅਤ ਅਸੀਂ ਪਹਿਨਣੀ ਆ, ਪੁਰਾਣੀ ਇਨਸਾਨੀਅਤ ਨੂੰ ਪਹਿਨ ਦਿਓ। ਲਾਹ ਛੁੱਟੋ ਆਪਣੇ ਤੋਂ ਪੁਰਾਣੇ ਨੂੰ। ਪੁਰਾਣੇ ਜਿਹੜੇ ਕੰਮ ਸੀ ਉਹਨਾਂ ਨੂੰ ਛੱਡ ਦਿਓ। ਹੁਣ ਜਿਹੜੇ ਨਵੇਂ ਕੰਮ ਜਿਹੜੇ ਪਰਮੇਸ਼ਰ ਦੇ ਵਿੱਚ ਆਣ ਕੇ ਪਰਮੇਸ਼ਰ ਸਾਨੂੰ ਵਚਨ ਦੇ ਦੁਆਰਾ ਦੱਸਦਾ, ਉਹ ਕੰਮ ਸਾਨੂੰ ਕਰਨੇ ਬਹੁਤ ਹੀ ਜ਼ਰੂਰੀ ਹੈ। ਇੱਕ ਹੋਰ ਆਪਾਂ ਦੇਖਾਂਗੇ ਇਫਸੀਆਂ ਦੀ ਕਿਤਾਬ, ਉਹਦਾ 4 ਬਾਬ ਦੀ 31 ਆਇਤ ਆਪਾਂ ਪਰਮੇਸ਼ਰ ਦੇ ਵਚਨ ਤੇ ਦੇਖਣਾ ਹੈ। ਲਿਖਿਆ, ਸਭ ਕੜੱਤਣ, ਕ੍ਰੋਧ, ਰੌਲਾ ਅਤੇ ਦੁਰਵਚਨ ਸਾਰੀ ਬੁਰਾਈ ਸਣੇ ਤੁਹਾਤੋਂ ਦੂਰ ਹੋਵੇ। ਦੇਖੋ ਪਰਮੇਸ਼ਰ ਦਾ ਵਚਨ ਸਾਫ਼ ਸਾਨੂੰ ਕਹਿੰਦਾ ਹੈ ਮੇਰੇ ਚੀਜ਼ੋ, ਸਾਫ਼ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਹੈ ਕਿ ਸਭ ਕੜੱਤਣ, ਕ੍ਰੋਧ, ਰੌਲਾ, ਦੁਰਵਚਨ ਸਾਰੀ ਬੁਰਾਈ ਸਣੇ ਤੁਹਾਤੋਂ ਦੂਰ ਹੋਵੇ ਮੇਰੇ ਚੀਜ਼ੋ। ਇਹ ਸਾਡੇ ਵਿੱਚ ਨਹੀਂ ਹੋਣਾ ਚਾਹੀਦਾ। ਕੜੱਤਣ, ਕ੍ਰੋਧ, ਗੁੱਸਾ, ਇਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਮੇਰੇ ਜੀਜੋ। ਸਾਨੂੰ ਉੱਥੇ ਦਿਖਾਉਣਾ ਚਾਹੀਦਾ ਕਿ ਅਸੀਂ ਪਰਮੇਸ਼ਵਰ ਦੇ ਲੋਕ ਹਾਂ, ਅਸੀਂ ਪਰਮੇਸ਼ਵਰ ਦਾ ਕੰਮ ਕਰਦੇ ਹਾਂ। ਹਾਲੇਲੂਇਆ। ਉੱਥੇ ਸਾਨੂੰ ਸਟੇਜ ਦੇ ਉੱਪਰ ਪਰਮੇਸ਼ਵਰ ਦਾ ਵਚਨ ਜਿਹੜਾ ਆ ਸਾਹਮਣੇ ਲੈ ਕੇ ਆਉਣਾ ਚਾਹੀਦਾ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਲੋਕਾਂ ਨੂੰ ਉੱਥੇ ਕੁੱਟੀਏ ਨਹੀਂ। ਪਰਮੇਸ਼ਵਰ ਦਾ ਵਚਨ ਸਾਨੂੰ ਆਹ ਸਿਖਾਉਂਦਾ ਹੈ ਕਿ ਸਾਡੇ ਵਿੱਚ ਸਿਖਾਉਂਦਾ ਹੈ ਕਿ ਸਾਡੇ ਵਿੱਚ ਆਹ ਜਿਹੜੀਆਂ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਕੜੱਤਣ, ਕ੍ਰੋਧ, ਰੌਲਾ, ਦੁਰਵਚਨ ਸਾਰੀ ਬੁਰਾਈ ਸਣੇ ਤੁਹਾਤੋਂ ਦੂਰ ਹੋਵੇ, ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ, ਅਤੇ ਇੱਕ ਦੂਏ ਨੂੰ ਮਾਫ ਕਰੋ ਜਿਵੇਂ ਪਰਮੇਸ਼ਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ ਕੀਤਾ ਹੈ ਮੇਰੇ ਚੀਜ਼ੋ। ਹਾਲੇਲੂਇਆ। ਇੱਕ ਦੂਜੇ ਤੇ ਕੀ ਹੋਣਾ ਸੀ? ਕਿਰਪਾਵਾਨ ਹੋਣਾ ਹੈ। ਹਾਲੇਲੂਇਆ। ਜੇ ਸੋ ਲੜਕੀ ਦੇ ਕੋਲੋਂ ਕੋਈ ਗਲਤੀ ਵੀ ਹੋ ਗਈ ਸੀ, ਉਹਨੂੰ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਸੀ। ਹਾਲੇਲੂਇਆ। ਹਲੀਮ ਹੋ ਕੇ ਸਾਨੂੰ ਪਰਮੇਸ਼ਰ ਦੇ ਵਿੱਚ ਹੋ ਕੇ ਸਾਨੂੰ ਚੱਲਣਾ ਚਾਹੀਦਾ ਮੇਰੇ ਜੀਜੋ। ਪਿਆਰ ਦੇ ਨਾਲ ਉਹਨੂੰ ਸਮਝਾਉਣਾ ਚਾਹੀਦਾ ਸੀ, ਪਰ ਤੁਸੀਂ ਇੱਕ ਲੋਕਾਂ ਦੇ ਲਈ ਠੋਕਰ ਦਾ ਕਾਰਨ ਬਣਦੇ ਹੋ ਮੇਰੇ ਜੀਜੋ। ਹਾਲੇਲੂਇਆ। ਉੱਥੇ ਜੋ ਕੁਝ ਵੀ ਹੋਇਆ, ਵੀਡੀਓ ਵਾਇਰਲ ਹੋ ਰਹੀ ਆ, ਇਹ ਜਿਹੜਾ ਜੋ ਵੀ ਹੋ ਰਿਹਾ ਹੈ ਇਹ ਸਟਾਪ ਹੋਣਾ ਚਾਹੀਦਾ। ਉੱਥੇ ਉਸ ਚਰਚ ਦੇ ਵਿੱਚ ਮੈਂ ਕਹਿਣਾ ਹੈ ਪਾਸਟਰ ਅਪੋਸਟਲ ਨਰੂਲਾ ਨੂੰ, ਔਰ ਜਿਹੜੀ ਸੋਨੀਆ ਨਰੂਲਾ ਹੈ, ਮੈਂ ਉਹਨੂੰ ਅੱਜ ਕਹਿਣਾ ਹੈ ਇਸ ਵੀਡੀਓ ਦੇ ਦੁਆਰਾ ਕਿ ਤੁਹਾਨੂੰ ਬਹੁਤ 100 ਵਾਰੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਉੱਥੇ ਕੰਮ ਤੁਸੀਂ ਕਰ ਰਹੇ ਆ ਉਹ ਗਲਤ ਕੰਮ ਹੋ ਰਹੇ ਆ, ਉਹ ਇਸ ਵਚਨ ਦੇ ਮੁਤਾਬਕ ਜਿਹੜੇ ਆ ਉਹ ਕੰਮ ਨਹੀਂ ਹੋ ਰਹੇ ਆ। ਹਾਲੇਲੂਇਆ। ਅੱਜ ਮੈਂ ਇਸ ਵੀਡੀਓ ਦੇ ਦੁਆਰਾ ਦੱਸਣਾ ਚਾਹੁੰਦਾ ਉਹਨਾਂ ਨੂੰ ਕਿ ਪਲੀਜ਼ ਤੁਸੀਂ ਇਸ ਵਚਨ ਨੂੰ ਪੜ੍ਹ ਕੇ ਦੇਖੋ ਕਿ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ, ਪਰ ਤੁਸੀਂ ਪਰਮੇਸ਼ਰ ਦੇ ਵਚਨ ਤੋਂ ਬਾਹਰ ਜਾ ਕੇ ਉੱਥੇ ਉਹ ਸਾਰਾ ਕੁਝ ਕਰ ਰਹੇ ਹੋ। ਸਾਡਾ ਯਿਸੂ ਮਸੀਹ ਨਾਸਰੀ ਜਿਹੜਾ ਆ ਉਹ ਸਾਨੂੰ ਨਹੀਂ ਕਹਿੰਦਾ ਹੈ ਕਿ ਅਸੀਂ ਉੱਥੇ ਲੋਕਾਂ ਨੂੰ ਸਟੇਜ ਦੇ ਉੱਪਰ ਕੁੱਟੀਏ ਤੇ ਲੋਕਾਂ ਦੀ ਬੇਇੱਜ਼ਤੀ ਕਰੀਏ। ਜੇ ਕੁਝ ਕਰਨਾ ਹੈ, ਜੇ ਕੁਝ ਉਹਨਾਂ ਨੂੰ ਸਮਝਾਉਣਾ, ਸਟਿਕਨੈਸ ਤੁਸੀਂ ਆਪਣੇ ਚਰਚ ਕਰਨੀ ਆ, ਉਹਨੂੰ ਵੱਖਰੇ ਲਿਜਾ ਕੇ ਉਹਨੂੰ ਸਮਝਾਓ। 1 ਵਾਰੀ ਸਮਝਾਓ, 2 ਵਾਰੀ ਸਮਝਾਓ, ਪਰ ਤੁਸੀਂ ਸਟੇਜ ਦੇ ਉੱਪਰ ਲੋਕਾਂ ਨੂੰ ਨਹੀਂ ਕੁੱਟ ਸਕਦੇ ਹੈਗੇ। ਇਹ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਤੁਸੀਂ ਹਰ ਇੱਕ ਨੂੰ ਪਿਆਰ ਦੇ ਨਾਲ, ਤੁਹਾਡੇ ਵਿੱਚ ਕਿਰਪਾ ਹੋਣੀ ਚਾਹੀਦੀ, ਧੀਰਜ ਹੋਣਾ ਚਾਹੀਦਾ ਆ, ਪਿਆਰ ਹੋਣਾ ਚਾਹੀਦਾ। ਮੈਂ ਸਿਸਟਰ ਜਿਹੜੀ ਸੋਨੀਆ ਨਰੂਲਾ ਨੂੰ ਮੈਂ ਕਹਿਣਾ ਚਾਹੁੰਦਾ ਹੈ ਕਿ ਅੱਜ ਤੈਨੂੰ ਜਿਹੜਾ ਪਿੱਛੇ ਜਿਹੜਾ ਸੀਗਾ ਤੁਹਾਡੀ ਮੈਂ ਟੈਸਟਮਨੀ ਸੁਣੀ ਸੀਗੀ, ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਮੈਂ ਪੈਸੇ ਮੰਗ ਕੇ ਚਰਚ ਦੇ ਵਿੱਚ ਆਉਂਦੀ ਹੁੰਦੀ ਸੀ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਜ਼ੀਰੋ ਤੋਂ ਚੱਕ ਕੇ ਹੀਰੋ ਬਣਾਇਆ ਹੈ। ਤੁਹਾਡੇ ਵਿੱਚ ਹੁਣ ਘਮੰਡ ਆ ਗਿਆ ਹੈ।
ਹੰਕਾਰ ਆ ਗਿਆ ਹੈ ਕਿ ਤੁਸੀਂ ਲੋਕਾਂ ਨੂੰ ਇਦਾਂ ਗੁੱਤੋਂ ਫੜ ਕੇ ਕੁੱਟ ਕੇ ਉਹਨੂੰ ਥੱਲੇ ਸੁੱਟਦੇ ਹੋ। ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਇਹ ਹੰਕਾਰ ਜਿਹੜਾ ਹੰਕਾਰ ਆ ਉਹਨੂੰ ਨਹੀਂ ਚੰਗਾ ਲੱਗਦਾ ਹੈ। ਹੰਕਾਰ ਪਰਮੇਸ਼ਰ ਨੂੰ ਨਹੀਂ ਚੰਗਾ ਲੱਗਦਾ। ਮੇਰੇ ਚੀਜ਼ੋ, ਮੈਂ ਅੱਜ ਇਸ ਵੀਡੀਓ ਦੇ ਦੁਆਰਾ ਦੱਸਣਾ ਚਾਹੁੰਦਾ ਹੈ, ਵੈਸੇ ਤਾਂ ਉਹ ਗੱਲ ਨਹੀਂ ਕਰਦੇ ਹੈ, ਕਿਸੇ ਦੇ ਨਾਲ ਪਹੁੰਚ ਹੀ ਨਹੀਂ ਉਹਨਾਂ ਕੋਲ, ਉਹਨਾਂ ਦੇ ਨਾਲ ਗੱਲ ਕੀਤੀ ਜਾਵੇ। ਬਹੁਤ ਕੋਸ਼ਿਸ਼ ਕੀਤੀ ਅਸੀਂ ਗੱਲਬਾਤ ਕਰਨ ਦੀ। ਮੇਰੇ ਨਾਲ ਇੱਕ ਵਾਰ ਗੱਲ ਵੀ ਹੋਈ, ਪਰ 2 ਮਿੰਟ ਗੱਲ ਕਰਕੇ ਮੈਂ ਦੁਬਾਰਾ ਤੁਹਾਨੂੰ ਫੋਨ ਕਰਦਾ, ਦੁਬਾਰਾ ਮੈਨੂੰ ਫੋਨ ਨਹੀਂ ਕੀਤਾ ਉਹਨਾਂ ਨੇ। ਮੈਂ ਡੀਕਦਾ ਰਿਹਾ, ਫੋਨ ਨਹੀਂ ਕੀਤਾ, ਘੰਟਾ 2 ਘੰਟੇ ਡੀਕਦਾ ਰਿਹਾ। ਕਿਸ ਤਰ੍ਹਾਂ ਅਸੀਂ ਤੁਹਾਨੂੰ ਦੱਸ ਸਕੀਏ ਕਿ ਨਹੀਂ, ਇਹ ਪਰਮੇਸ਼ਰ ਦਾ ਵਚਨ ਜਿਹੜਾ ਆ, ਇਹਦੇ ਵਚਨ ਦੇ ਮੁਤਾਬਕ ਤੁਹਾਨੂੰ ਚੱਲਣਾ ਚਾਹੀਦਾ ਹੈ। ਮੇਰੇ ਜੀ, ਹਾਲੇਲੂਇਆ। ਅੱਜ ਮੈਂ ਦੱਸਣਾ ਚਾਹੁੰਦਾ ਹੈ ਕਿ ਪਲੀਜ਼ ਸਾਡੀ ਰਿਕੁਐਸਟ ਹੈ ਤੁਹਾਡੇ ਅੱਗੇ, ਇਹ ਕੰਮ ਕਰਨੇ ਉਤੋਂ ਛੱਡ ਦਿਓ। ਇਹ ਕੰਮ ਠੀਕ ਨਹੀਂ ਹੈ ਪਰਮੇਸ਼ਰ ਦੇ ਵਚਨ ਦੇ ਮੁਤਾਬਕ। ਹਲੀਮ ਬਣ ਜਾਓ, ਕਿਰਪਾਵਾਨ ਬਣ ਜਾਓ, ਹਾਲੇਲੂਇਆ। ਪਿਆਰ ਕਰਨੇ ਵਾਲੇ ਬਣ ਜਾਓ। ਬਹੁਤ ਸਾਰੇ ਲੋਕ ਕਹਿੰਦੇ ਜੀ ਉੱਥੇ ਬਹੁਤ ਕੰਮ, ਵੱਡੇ ਵੱਡੇ ਕੰਮ ਹੁੰਦੇ ਆ ਜੀ, ਉੱਥੇ ਕੰਮਾਂ ਨੂੰ ਨਹੀਂ ਦੇਖਣਾ ਪਰਮੇਸ਼ਰ। ਉੱਥੇ ਵੀ ਪ੍ਰਭੂ ਕਹਿੰਦਾ ਮੇਰੇ ਨਾਂ 'ਚ ਕੰਮ ਤਾਂ ਹੋਣੇ ਹੀ ਹੋਣੇ ਆ। ਫਿਰ ਆਖਰ ਤੇ ਪਰਮੇਸ਼ਰ ਕੀ ਕਹੂਗਾ ਜਦੋਂ ਅਸੀਂ ਜਾਵਾਂਗੇ ਉਹਦੇ ਮੂਹਰੇ? ਪਰਮੇਸ਼ਰ, ਮੈਂ ਤੇਰੇ ਨਾਂ ਦੇ 'ਚ ਆਹ ਕੰਮ ਕੀਤਾ, ਮੈਂ ਤੇਰੇ ਨਾਂ 'ਚ ਭੂਤ ਕੱਢੇ, ਤੇਰੇ ਨਾਂ 'ਚ ਮੈਂ ਆਹ ਕੀਤਾ, ਮੈਂ ਜਦੋਂ ਤੇਰੇ ਨਾਂ 'ਚ ਬੜੇ ਬੜੇ ਕੰਮ ਕੀਤੇ। ਤਾਂ ਪ੍ਰਭੂ ਯਿਸੂ ਮਸੀਹ ਫਿਰ ਤੁਹਾਨੂੰ ਉੱਥੇ ਕਹੂਗਾ, ਮੈਨੂੰ ਵੀ, ਮੈਂ ਵੀ ਵਿੱਚ ਹੀ ਆ ਰਿਹਾ, ਮੈਂ ਵੀ ਇਹ ਵਚਨ ਮੇਰੇ ਤੇ ਵੀ ਆ, ਸਿਰਫ ਤੁਹਾਡੇ ਤੇ ਨਹੀਂ ਬਲਕਿ ਮੇਰੇ ਤੇ ਵੀ ਆ। ਫਿਰ ਉੱਥੇ ਪਰਮੇਸ਼ਰ ਕਹੇਗਾ, ਹੇ ਬਰਿਆਰਿਓ, ਮੇਰੇ ਕੋਲੋਂ ਦੂਰ ਹੋ ਜਾਓ, ਮੈਂ ਤੁਹਾਨੂੰ ਨਹੀਂ ਜਾਣਦਾ ਹੈ। ਤੁਸੀਂ ਮੇਰੇ ਨਾਂ ਦੇ ਵਿੱਚ ਤਾਂ ਕੰਮ ਕੀਤੇ ਆ, ਪਰ ਤੁਸੀਂ ਕੀ ਕੀਤਾ ਉੱਥੇ? ਤੁਸੀਂ ਲੋਕਾਂ ਨੂੰ ਕੀ ਸਿਖਾਇਆ? ਤੁਸੀਂ ਲੋਕਾਂ ਦੇ ਅੱਗੇ ਕੀ ਨਮੂਨਾ ਬਣੇ? ਤੁਸੀਂ ਜੋ ਮੇਰਾ ਪਰਮੇਸ਼ਰ ਦਾ ਵਚਨ, ਜੋ ਪਰਮੇਸ਼ਰ ਦਾ ਵਚਨ ਦੱਸਦਾ, ਜੋ ਮੈਂ ਤੁਹਾਨੂੰ ਉਹਦੇ ਸਿੱਖਿਆ ਦਿੱਤੀ, ਤੁਸੀਂ ਉਹ ਕੰਮ ਕੀਤੇ ਹੈ? ਫਿਰ ਅਸੀਂ ਕੋਈ ਜਵਾਬ ਨਹੀਂ ਦੇ ਸਕਦੇ ਮੇਰੇ ਜੀ। ਜੋ ਹੁਣ ਤੋਂ ਹੀ ਜੇ ਅਸੀਂ ਅੱਛੇ ਕੰਮ ਕਰਾਂਗੇ, ਕਿਰਪਾਵਾਨ ਹੋਵਾਂਗੇ, ਕ੍ਰੋਧ ਨੂੰ ਛੱਡ ਕੇ, ਗੁੱਸਾ ਛੱਡ ਕੇ, ਪਰਮੇਸ਼ਰ ਦੇ ਵਚਨ ਦੇ ਮੁਤਾਬਕ ਜੋ ਆਤਮਕ ਫਲ ਆ ਮੇਰੀ ਜੀ, ਜੋ ਉਹ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਨਜ਼ਰ ਆਉਣੇ ਚਾਹੀਦੇ ਆ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀ ਬਰਕਤ ਤੇ ਆਸ਼ੀਸ਼ ਦੇਵੇ। ਅਸੀਂ ਸਾਰੇ, ਇਹ ਵਚਨ ਸਿਰਫ ਉਹਨਾਂ ਤੇ ਨਹੀਂ, ਮੇਰੇ ਤੇ ਵੀ ਲਾਗੂ ਹੁੰਦਾ ਹੈ। ਸਭ ਜਿੰਨੇ ਵੀ ਖੁਦਾ ਦੇ ਦਾਸ ਦਾਸੀਆਂ ਜਾਂ ਪਰਮੇਸ਼ਰ ਦੇ ਵਿਸ਼ਵਾਸੀ ਲੋਕ ਆ, ਸਭ ਦੇ ਉੱਪਰ ਇਹ ਵਚਨ ਜਿਹੜਾ ਆ ਇਹ ਲਾਗੂ ਹੁੰਦਾ ਹੈ ਮੇਰੇ ਚੀਜ਼ੋ। ਜੇਕਰ ਕੋਈ ਗਲਤੀ ਹੋ ਵੀ ਜਾਂਦੀ ਹੈ ਤਾਂ ਰੀਅਲਾਈਜ਼ ਕਰੋ, ਪਰਮੇਸ਼ਰ ਦੇ ਅੱਗੇ ਮੰਨੋ ਕਿ ਪਰਮੇਸ਼ਰ ਮੇਰੇ ਕੋਲ ਹੋ ਗਈ ਹੈ ਗਲਤੀ। ਮੰਨੋ ਦਾਊਦ ਦੀ ਤਰ੍ਹਾਂ, ਫੁੱਟ ਫੁੱਟ ਕੇ ਰੋਵੋ ਪਰਮੇਸ਼ਰ ਦੇ ਅੱਗੇ ਕਿ ਪਰਮੇਸ਼ਰ ਮੇਰੇ ਕੋਲੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦੇ। ਸਾਡਾ ਪਰਮੇਸ਼ਰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਰ ਹੈ, ਤਰਸ ਨਾਲ ਭਰਿਆ ਪਰਮੇਸ਼ਰ ਹੈ। ਉਹ ਤੁਹਾਨੂੰ ਮਾਫ ਕਰਨ ਦੀ ਸ਼ਕਤੀ ਰੱਖਦਾ ਹੈ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਆਸ਼ੀਸ਼ ਦੇਵੇ। ਆਖਰ ਤੇ ਮੇਰੀ ਇਹੀ ਦੁਆ ਹੈ ਸਭ ਖੁਦਾ ਦੇ ਦਾਸਾਂ ਦੇ ਲਈ, ਦਾਸੀਆਂ ਦੇ ਲਈ, ਹਰ ਇੱਕ ਦੇ ਲਈ, ਕਿ ਪਰਮੇਸ਼ਰ ਦੇ ਵਿੱਚ ਅਸੀਂ ਹਲੀਮ ਹੋ ਕੇ, ਪਰਮੇਸ਼ਰ ਦੇ ਵਿੱਚ ਪਿਆਰ ਤੇ ਮੁਹੱਬਤ ਦੇ ਨਾਲ, ਔਰ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰਕੇ, ਪਰਮੇਸ਼ਰ ਦੇ ਵਚਨ ਨੂੰ ਅਸੀਂ ਉਹਦੇ ਉੱਪਰ ਚੱਲ ਕੇ ਆਤਮਾ ਦੇ ਦੁਆਰਾ ਚੱਲੀਏ ਮੇਰੇ ਚ। ਤਾਂ ਫਿਰ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਨਾਸਰੀ ਕਹਿੰਦੇ ਆ, ਮੈਂ ਤੁਹਾਡੇ ਨਾਲ ਆ। ਖੁਦਾ ਤੁਹਾਨੂੰ ਇਹਨਾਂ ਵਚਨਾਂ ਨਾਲ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇਣਾ। ਆਮੀਨ, ਆਮੀਨ।